हाँ जी बेटा, अपना 4.04 टॉपिक है एक्सप्रैशन फॉर इलैक्ट्रिक पोटेंशियल डिफरेंस। देखो इस टॉपिक ਦੇ ਵਿੱਚ ਕੀ ਹੈ, ਕੰਸੀਡਰ ਅ ਪੋਜ਼ਿਟਿਵ ਚਾਰਜ ਐਟ ਪੁਆਇੰਟ O। ਕੋਈ ਵੀ O ਪੁਆਇੰਟ ਹੈ, ਉਸ O ਪੁਆਇੰਟ ਦੇ ਉੱਤੇ Q ਚਾਰਜ ਹੈ। ਇਸ Q ਚਾਰਜ ਨੇ ਕ੍ਰੀਏਟ ਕੀਤੀ ਫੀਲਡ। ਇਸ ਫੀਲਡ ਦੇ ਵਿੱਚ ਆਪਣੇ ਟੈਸਟ ਚਾਰਜ ਨੇ ਮੂਵ ਕਰਨਾ। ਟੈਸਟ ਚਾਰਜ ਨੇ ਕਿੱਥੋਂ ਕਿੱਥੇ ਮੂਵ ਕਰਨਾ ਬੇਟੇ? ਟੈਸਟ ਚਾਰਜ ਨੇ A ਤੋਂ B ਤੱਕ ਮੂਵ ਕਰਨਾ। ਟੈਸਟ ਚਾਰਜ ਨੇ A ਤੋਂ B ਤੱਕ ਮੂਵ ਕਰਨਾ। ਇਹਦੇ ਵਿਚਾਲੇ ਜੇ ਕੋਈ ਚਲੋ ਵਿਚਾਲੇ ਵਾਲੇ ਪੁਆਇੰਟ ਦੀ ਗੱਲ ਬਾਅਦ 'ਚ ਕਰਦੇ ਹਾਂ। ਇਸ ਪੁਆਇੰਟ O ਤੋਂ B ਤੱਕ ਦਾ ਡਿਸਟੈਂਸ ਹੈਗਾ ਬੇਟੇ RB। A ਤੱਕ ਦਾ ਡਿਸਟੈਂਸ ਹੈਗਾ RA। ਇਸ ਪੋਜ਼ਿਟਿਵ ਚਾਰਜ ਨੇ ਇੱਧਰ ਕ੍ਰੀਏਟ ਕੀਤੀ ਆਊਟਵਰਡ ਫੀਲਡ। ਆਪਣੇ ਟੈਸਟ ਚਾਰਜ ਨੇ ਇਸ ਫੀਲਡ ਦੇ ਵਿੱਚ A ਤੋਂ B ਪੁਆਇੰਟ ਤੱਕ ਮੂਵ ਕਰਨਾ। ਜੇ ਤੁਹਾਨੂੰ ਐਕਸਪ੍ਰੈਸ਼ਨ ਫॉर ਪੋਟੈਂਸ਼ੀਅਲ ਡਿਫਰੈਂਸ ਆ ਜਾਏ ਨਾ, ਤੁਸੀਂ ਇਹ ਆਰਟੀਕਲ ਕਰੋਗੇ ਕਿ ਆਪਣੇ ਟੈਸਟ ਚਾਰਜ ਨੇ ਕੋਈ ਵੀ 2 ਪੁਆਇੰਟਸ ਦੇ ਵਿੱਚ ਮੂਵ ਕਰਨਾ। ਓਬਵੀਅਸ ਹੀ ਗੱਲ ਹੈ ਬੇਟੇ ਕਿ ਇਸ ਪੋਜ਼ਿਟਿਵ ਚਾਰਜ ਨੇ ਜਿਹੜੀ ਇਲੈਕਟ੍ਰਿਕ ਫੀਲਡ ਕ੍ਰੀਏਟ ਕੀਤੀ ਆ ਉਹ ਇਸ ਡਾਇਰੈਕਸ਼ਨ ਦੇ ਵਿੱਚ ਆਊਟਵਰਡ ਹੈ। ਬਟ ਆਪਾਂ ਕਿਹਾ ਵੀ ਆਪਣੇ ਇਹਨੇ ਕ੍ਰੀਏਟ ਕੀਤੀ ਇੱਧਰ ਨੂੰ ਫੀਲਡ, ਆਪਣੇ ਟੈਸਟ ਚਾਰਜ ਨੇ ਆਪੋਜ਼ਿਟ ਮੂਵ ਕਰਨਾ। ਮਤਲਬ ਇਹਦਾ ਮਤਲਬ ਕੀ ਹੈ ਬੇਟੇ ਕਿ ਆਪਣੇ ਟੈਸਟ ਚਾਰਜ ਨੂੰ ਜਿੰਨੀ ਫੋਰਸ ਨਾਲ ਆਪਣਾ ਟੈਸਟ ਚਾਰਜ ਧੱਕਿਆ ਜਾ ਰਿਹਾ, ਉਹਨੇ ਉਹਦੇ ਆਪੋਜ਼ਿਟ ਉਨੀ ਫੋਰਸ ਲਾਈ ਤਾਂ ਕਿ ਆਪਣਾ ਚਾਰਜ A ਤੋਂ B ਤੱਕ ਮੂਵ ਕਰ ਸਕੇ। ਆਪਾਂ ਸਾਰੇ A ਤੋਂ B ਤੱਕ ਹੋਲ ਮੂਵਮੈਂਟ ਨਹੀਂ ਲੈਂਦੇ, ਆਪਾਂ ਲੈਂਦੇ ਹਾਂ ਕਿ ਆਪਣਾ ਚਾਰਜ P ਤੋਂ Q ਮੂਵ ਕਰ ਰਿਹਾ। P ਤੋਂ Q ਜਿਹੜੀ ਲੈਂਥ ਆ ਦੈਟ ਇਜ਼ DL। ਆਪਾਂ ਇੱਥੇ ਇੱਕ ਜੇ ਬੇਟਾ ਵਰਕ ਡਨ ਕੱਢ ਲਾਂਗੇ, ਫਿਰ ਉਹਨੂੰ ਇੰਟੀਗ੍ਰੇਟ ਕਰ ਦਾਂਗੇ। ਇਸ O ਤੋਂ P ਪੁਆਇੰਟ ਤੱਕ ਦਾ ਡਿਸਟੈਂਸ ਹੈਗਾ R। ਕਲੀਅਰ ਹੈ? ਹੁਣ ਦੇਖੋ ਆ ਐਕਸਪ੍ਰੈਸ ਡੈਫੀਨੇਸ਼ਨ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ ਕਿ potential between 2 points is equal to work done per unit test charge। ਇਹ ਇੱਕ ਡੈਫੀਨੇਸ਼ਨ ਹੈ, ਐਜ਼ ਇਟ ਇਜ਼ ਲਿਖ ਲਓ। ਦੇਖੋ ਆਪਣੇ ਟੈਸਟ ਚਾਰਜ ਦੇ ਉੱਤੇ ਇੰਨੀ ਫੋਰਸ ਲੱਗੀ ਸੀ, ਉਹਨੂੰ ਪਰੇ ਵੱਲ ਧੱਕਿਆ ਗਿਆ ਸੀ ਟੂ ਮੂਵ ਦਾ ਟੈਸਟ ਚਾਰਜ ਅਗੇਂਸਟ ਇਲੈਕਟ੍ਰੋਸਟੈਟਿਕ ਫੋਰਸ। ਆਪਣਾ ਆਪਣੇ ਟੈਸਟ ਚਾਰਜ ਨੂੰ ਇਸ ਫੋਰਸ ਦੇ ਅਗੇਂਸਟ ਮੂਵ ਕਰਾਉਣਾ ਸੀਗਾ। ਦੈਨ ਆਪਾਂ ਟੈਸਟ ਚਾਰਜ ਨੂੰ ਜਦੋਂ ਮੂਵ ਕਰਾਉਣਾ ਸੀ, ਆਪੋਜ਼ਿਟ ਮੂਵ ਕਰਾਉਣਾ ਸੀ, ਤਾਂ ਜਿੰਨੀ ਫੋਰਸ ਨਾਲ ਉਹ ਧੱਕਿਆ ਜਾ ਰਿਹਾ ਸੀ ਉਹਦੇ ਆਪੋਜ਼ਿਟ ਫੋਰਸ ਅਪਲਾਈ ਕੀਤੀ ਟੂ ਮੂਵ ਦਾ ਟੈਸਟ ਚਾਰਜ ਅਗੇਂਸਟ ਇਲੈਕਟ੍ਰੋਸਟੈਟਿਕ ਫੋਰਸ। the external force has to be applied। external ਇੰਨੀ force apply ਹੋਈ। work is equal to force into distance। ਪਹਿਲਾਂ ਆਪਾਂ ਆਪਣੇ ਮੂਵਮੈਂਟ ਹੈ ਨਾ ਜਿਹੜੀ ਇੰਨੇ ਕੁ ਡਿਸਟੈਂਸ 'ਤੇ ਲੈਂਦੇ ਆ। work is equal to force into distance। force ਕਿੰਨੀ ਲੱਗੀ ਹੈ ਬੇਟੇ? -Q0 E ਵੈਕਟਰ ਡੋਟ DL ਵੈਕਟਰ। ਇਹ ਸਮੋਲ ਵਰਕ ਕੱਢ ਰਹੀ ਹਾਂ ਆਪਾਂ। ਦੇਖੋ ਬੇਟਾ E ਤੇ DL, ਧਿਆਨ ਦਿਓ ਇੱਥੇ ਕੀ ਇਹ ਚੀਜ਼ E ਹੈਗੀ ਆ ਇਲੈਕਟ੍ਰਿਕ ਫੀਲਡ ਇੱਧਰਲੀ ਸਾਈਡ ਨੂੰ। ਆਪਣਾ ਚਾਰਜ ਮੂਵ ਕਰ ਰਿਹਾ ਆਪੋਜ਼ਿਟ ਸਾਈਡ ਨੂੰ, ਇੱਧਰ ਨੂੰ ਮੂਵ ਕਰ ਰਿਹਾ ਨਾ P to Q। ਦੇਖੋ ਫੋਰਸ ਲੱਗ ਰਹੀ ਹੈ ਇੱਧਰ ਨੂੰ, ਇਲੈਕਟ੍ਰਿਕ ਫੀਲਡ ਇੱਧਰ ਨੂੰ ਲੱਗ ਰਹੀ ਆ, ਆਪਣਾ ਟੈਸਟ ਚਾਰਜ ਉਹਦੇ ਆਪੋਜ਼ਿਟ ਮੂਵ ਕਰ ਰਿਹਾ। ਇਸ ਕੇਸ ਦੇ ਵਿੱਚ ਬੇਟਾ ਐਂਗਲ ਕਿੰਨਾ ਹੁੰਦਾ? 180 degree, anti parallel lines। so dW is equal to -Q0 E DL cos 180 degree। cos 180 ਦੀ ਵੈਲਿਊ ਹੁੰਦੀ ਹੈ ਬੇਟਾ -1। so dW is equal to Q0 E DL। cos 80 ਦੀ ਵੈਲਿਊ -1, ਉਹ ਮਾਈਨਸ ਤੇ ਆ ਮਾਈਨਸ ਕੱਟੀ ਗਈ, ਪੋਜ਼ਿਟਿਵ 'ਚ ਐਕਸਪ੍ਰੈਸ਼ਨ ਰਹਿ ਗਿਆ। ਹੁਣ DL ਆਪਣਾ ਜਿਹੜੀ ਲੈਂਥ ਆ ਉਹ ਬੇਟੇ ਕਿਹਦੀ ਫਾਰਮ 'ਚ ਆ? R ਦੀ ਫਾਰਮ ਦੇ ਵਿੱਚ ਆ। ਇੱਥੋਂ ਧਿਆਨ ਦਿਓ, DL ਨੂੰ ਆਪਾਂ R ਦੀ ਫਾਰਮ 'ਚ ਲਿਖਣਾ। ਕਿੱਦਾਂ ਲਿਖਾਂਗੇ? O ਤੋਂ P ਤੱਕ ਦਾ DL ਕੀ ਆ? P ਤੋਂ Q। O ਤੋਂ P ਤੱਕ ਦਾ ਡਿਸਟੈਂਸ ਕਿੰਨਾ ਬੇਟੇ? R।
O ਤੋਂ P ਤੱਕ ਦਾ ਡਿਸਟੈਂਸ R ਹੈ, ਆਪਾਂ PQ ਦੀ ਲੈਂਥ DL ਆ, ਇੱਥੋਂ ਇੱਥੇ ਤੱਕ R ਆ, ਇੱਧਰ ਨੂੰ ਮੂਵ ਕਰ ਰਹੇ ਹਾਂ ਆਪਾਂ PQ ਲਈ। ਦੈਟ ਮੀਨਸ ਲਿਟਲ ਡਿਕਰੀਜ਼ ਇਨ R। ਆਪਾਂ ਪਿਛਲੇ ਐਕਸਪ੍ਰੈਸ਼ਨ 'ਚ ਥੋੜ੍ਹਾ ਜਿਹਾ ਧਿਆਨ ਦੇ ਲਿਓ, ਇੱਥੇ ਆਪਾਂ ਚੀਜ਼ ਕੀਤੀ ਸੀ ਕਿ ਇੱਥੋਂ ਇੱਥੇ ਤੱਕ ਦਾ ਡਿਸਟੈਂਸ R ਸੀ, ਦੈਟ ਇਜ਼ ਲਿਟਲ ਇੱਥੇ ਤੱਕ R ਸੀ, ਇੱਥੇ ਆਪਾਂ ਅੱਗੇ ਵੱਧ ਰਹੇ ਸੀ। ਇਨਕਰੀਜ਼ ਇਨ R ਤਾਂ ਆਪਾਂ ਲਿਖਿਆ ਸੀ DR। ਇੱਥੇ ਬੇਟੇ ਹੁਣ ਆਪਣੇ ਕੋਲੇ ਇੱਥੇ ਤੱਕ ਦਾ ਡਿਸਟੈਂਸ R ਹੈ, ਇੱਥੇ ਤੱਕ ਦਾ ਡਿਸਟੈਂਸ R ਆਪਾਂ ਪਿੱਛੇ ਆ ਰਹੇ, ਦੈਟ ਮੀਨਸ ਡਿਕਰੀਜ਼ ਇਨ R। ਡਿਕਰੀਜ਼ ਇਨ R ਮਤਲਬ ਇਹਨੂੰ ਆਪਾਂ ਲਿਖ ਸਕਦੇ ਹਾਂ ਬੇਟੇ Q0 E ਮਾਈਨਸ DR। ਮਾਈਨਸ ਕਿਉਂ ਲਿਖਿਆ? ਕਿਉਂਕਿ ਡਿਕਰੀਜ਼ ਇਨ R ਸਮॉल ਡਿਕਰੀਜ਼ ਆ ਤਾਂ ਆਪਾਂ DR ਯੂਜ਼ ਕੀਤਾ, ਡਿਕਰੀਜ਼ ਲਈ ਆਪਾਂ ਸਾਈਨ ਯੂਜ਼ ਕੀਤਾ ਮਾਈਨਸ ਦਾ। ਸੋ DW is equal to minus Q0 E DR। ਇਹ ਸਮॉल ਵਰਕ ਆ ਗਿਆ। ਹੁਣ ਆਪਾਂ ਇਹਨੂੰ ਇੰਟੀਗ੍ਰੇਟ ਕਰਨਾ। ਦੇਖੋ E ਦੀ ਵੈਲਿਊ E is equal to, ਹੁਣ ਇੱਥੇ ਆਪਣੇ ਕੋਲੇ ਸਕੇਲਰ ਆ, ਜਸਟ ਆਪਾਂ ਇੱਥੇ ਤੱਕ ਆ ਕੇ ਬਸ ਕਰ ਜਾਵਾਂਗੇ, ਆਪਾਂ ਉਹਦੇ ਤੇ ਵੈਕਟਰ ਨਹੀਂ ਪਾਉਣਾ। ਸੋ ਆਪਾਂ ਵੈਲਿਊ ਪੁੱਟ ਕਰ ਦਿੰਦੇ ਹਾਂ ਬੇਟੇ ਇਸ ਐਕਸਪ੍ਰੈਸ਼ਨ ਦੇ ਵਿੱਚ। DW is equal to minus Q0 E ਦੀ ਜਗ੍ਹਾ ਤੇ 1/4 pi epsilon naught Q upon R square into DR। ਕਲੀਅਰ ਹੈ? ਇਹ ਤੁਹਾਡੇ ਕੋਲੇ ਆ ਗਿਆ ਸਮॉल ਵਰਕ। ਸਮॉल ਵਰਕ ਆ ਇਹ, ਤੇ ਆਪਾਂ ਫੁੱਲ ਵਰਕ ਕਰਨਾ, ਮਤਲਬ ਆਪਾਂ A ਤੋਂ B ਤੱਕ ਵਰਕ ਕਰਨਾ। ਸੋ ਆਪਾਂ ਇਹਨੂੰ ਕੀ ਕਰ ਦਾਂਗੇ ਬੇਟੇ? ਇੰਟੀਗ੍ਰੇਟ। ਡੈਰੀਵੇਟਿਵ ਇੰਟੀਗ੍ਰੇਸ਼ਨ ਕੈਂਸਲ, W is equal to इंटीग्रेशन विद रिस्पेक्ट टू R करनी है, बाकी सारियां टर्म्स बाहर। माइनस Q0 इंटू Q डिवाइडेड बाय 4 पाई एप्सिलॉन नॉट। इंटीग्रेशन आप कित्थों करनी है बेटे? RA तो RB तक मूव करना, आप मूव करना RA तो RB तक। क्लीयर? उदा ही इंटीग्रेशन जिमें आप पहला की सीगी 2 उपर जाके माइनस से चल जाएगी। W is equal to 1 upon minus 1 upon 4 pi epsilon naught Q0। लिमिट्स लै लो सॉरी पहला थे RA तो RB R दी पावर -2 इंटू DR। हुण बेटा आप इंटीग्रेशन सॉल्व कर देंगे Q इंटू Q0। इंटीग्रेशन किदा सॉल्व करते हैं? जो बेटे है ना इंटीग्रेशन +1 सेम चीज़ ना नीचे डिवाइड करना, उदों इंटीग्रेशन का साइन हटा के मॉड पा देना। लिमिट एज इट इज़ RA टू RB। W इज इक्वल टू -1/4 पाई एप्सिलॉन नॉट Q0 R दी पावर -1/-1 RA टू RB। आ माइनस ते आ माइनस कैंसल। W is equal to 1/4 pi epsilon naught Q0 1/R। नीचे आके पावर पॉजिटिव होगी RA टू RB। लिमिट्स पुट कर दो। W is equal to 1/4 pi epsilon naught Q0 1/upper limit minus 1/lower limit। 1/upper limit minus 1/lower limit। देखो हुण आपां बेटे की करना सी, ध्यान दिओ इस चीज़ ते। आपां तां पोटेंशियल दा एक्सप्रैशन कढना सी, बट इत्थे की आ? वर्क। आ जिहड़ा Q0 है ये वर्क दे ओवर च ले आओ। आ Q0 है ना, इहनूं वर्क दे ओवर च ले आओ। किदां लिखांगे? वर्क अपॉन Q0 इज इक्वल टू 1/4 पाई एप्सिलॉन नॉट। हुण इत्थे Q रह गया कल्ला। वर्क अपॉन टेस्ट चार्ज, एक ही वर्क अपॉन टेस्ट चार्ज एक ही इक्वल होंगे बेटे VB माइनस VA दे। सो VB माइनस VA इज इक्वल टू 1/4 पाई एप्सिलॉन नॉट Q 1/RB माइनस 1/RA।
that is concept for electric potential difference.